ਇੱਕ ਪਾਸੇ ਜਿੱਥੇ ਪਟਿਆਲਾ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਮੰਗਣ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਸਕੂਲ ਫੀਸਾਂ ਨੂੰ ਲੈ ਕੇ ਕੇਸ ਲੜ ਰਹੇ ਅਮਨਦੀਪ ਸਿੰਘ ਆਪਣਾ ਮੰਗ ਪੱਤਰ ਲੈ ਕੇ ਡੀਸੀ ਦਫ਼ਤਰ ਪਹੁੰਚੇ। ਉਹਨਾਂ ਦੱਸਿਆ ਕਿ ਕਰੋਨਾ ਕਾਲ ਦੇ ਚੱਲਦੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾ ਰਹੀ ਫੀਸ ਨੂੰ ਲੈ ਕੇ ਉਹ ਕੇਸ ਲੜ ਰਹੇ ਨੇ ਅਤੇ ਇਸ ਦੇ ਚੱਲਦੇ ਉਸ ਦੀ ਬੇਟੀ ਦਾ ਪਿਛਲੇ ਸਾਲ ਦਾ ਰਿਜ਼ਲਟ ਰੋਕਿਆ ਗਿਆ ਅਤੇ ਇਸ ਸਾਲ ਵੀ ਪੇਪਰ ਨਹੀਂ ਲਏ ਗਏ। ਇਸ ਦੇ ਸੰਬੰਧ ਵਿੱਚ ਉਹ ਡੀਸੀ ਨੂੰ ਮੰਗ ਪੱਤਰ ਦੇਣ ਆਏ ਨੇ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਦੇ ਚੱਲਦੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੀ ਪਤਨੀ ਸਣੇ ਮਰਨ ਵਰਤ ਤੇ ਬੈਠਣਗੇ। ਉਹਨਾਂ ਦੱਸਿਆ ਕਿ ਇਸ ਦੇ ਸੰਬੰਧ ਵਿੱਚ ਉਹ ਸਿੱਖਿਆ ਮੰਤਰੀ ਸਿੰਗਲਾ ਨੂੰ ਵੀ ਮਿਲ ਚੁੱਕੇ ਨੇ। ਉਹਨਾਂ ਕਿਹਾ ਕਿ ਇਸ ਦੌਰਾਨ ਜੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੈਬਨਿਟ ਮੰਤਰੀ ਸਿੰਗਲਾ ਅਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ। ਦਰਅਸਲ ਜਿਹੜਾ ਪੰਜਾਬ ਮਾਨਯੋਗ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਫੀਸਾਂ ਦੇ ਰਿਲੇਟਡ ਕੇਸ ਚੱਲ ਰਿਹਾ, ਮੈਂ ਉਹਦਾ ਮੁੱਖ ਬਿਨੇਕਾਰ ਹਾਂ ਤੇ ਮੈਂ ਇਸ ਸਿਲਸਿਲੇ ਦੇ ਡੀਸੀ ਸਾਹਿਬ ਨੂੰ ਮਿਲਣ ਆਇਆ ਕਿਉਂਕਿ ਮੈਂ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਚਾਹੇ ਉਹ ਕਿ ਫੀਸਾਂ ਦਾ ਕੇਸ ਹੈਗਾ ਜਿਹੜਾ ਕੇਸ ਹੈਗਾ ਉਸ ਵਾਸਤੇ। ਤੇ ਹੁਣ ਮੈਂ ਡੀਸੀ ਸਾਹਿਬ ਨੂੰ ਪਿਛਲੇ 3 ਮਹੀਨੇ ਤੋਂ ਫੋਨ 3-4 ਵਾਰ ਮੈਸੇਜ ਕਰ ਚੁੱਕਿਆ, ਮੇਲ ਕਰ ਚੁੱਕਿਆ, ਪਰ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ। ਤੇ ਅੱਜ ਉਸ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਮੈਂ ਆਖਰੀ ਵਾਰ ਮੰਗ ਪੱਤਰ ਦੇਣ ਆਇਆ ਕਿ ਅਗਰ ਤੁਸੀਂ ਮੇਰੀ ਕੋਈ ਸੁਣਵਾਈ ਕਰਨੀ ਹੈ, ਕਿਉਂਕਿ ਮੇਰੀ ਬੱਚੀ ਦੇ ਪੇਪਰ ਨਹੀਂ ਲਿੱਤੇ ਗਏ, ਨਾ ਉਸ ਨੂੰ ਪ੍ਰਮੋਟ ਕੀਤਾ ਗਿਆ, ਉਹਦਾ ਰਿਜ਼ਲਟ ਰੋਕਿਆ ਗਿਆ, ਉਹ ਚਾਹੇ ਇਸ ਸਾਲ ਦਾ ਹੋਵੇ ਚਾਹੇ ਪਿਛਲੇ ਸਾਲ ਦਾ ਹੋਵੇ। ਤੇ ਉਸ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਮਿਲਣ ਨਹੀਂ ਆਇਆ ਹੈਗਾ ਤੇ ਉਹਨਾਂ ਨੂੰ ਅਲਟੀਮੇਟਮ ਦੇਣ ਲਈ ਆਇਆ ਕਿ ਅਗਰ ਬੁੱਧਵਾਰ ਤੱਕ ਉਸ 'ਤੇ ਕੋਈ ਕਾਰਵਾਈ ਹੁੰਦੀ ਹੈ ਠੀਕ ਹੈ, ਨਹੀਂ ਤਾਂ ਅਸੀਂ ਮੈਂ ਤੇ ਮੇਰੀ ਮਿਸਿਸ ਜਿਹੜੇ ਹੈਗੇ ਅਸੀਂ ਮਰਨ ਵਰਤ ਤੇ ਬੈਠਾਂਗੇ। ਸਰ ਸਕੂਲ ਕਿਹੜਾ ਹੈ? ਸਕੂਲ ਭੁਪਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਡਕਾਲਾ ਰੋਡ ਪਟਿਆਲੇ। ਤੇ ਮੰਗ ਪੱਤਰ ਕਿਹਨੂੰ ਦੇਣਾ ਹੈ? ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦੇਣ ਆਏ ਸੀਗੇ ਜੀ। ਜੇਕਰ ਨਹੀਂ ਹੁੰਦਾ ਤਾਂ ਅੱਗੇ ਕੀ ਕਾਰਵਾਈ ਕਰੋਗੇ? ਕਾਰਵਾਈ ਸਾਡੀ ਇਹੀ ਹੈ ਕਿ ਮੈਂ ਤੇ ਮੇਰੇ ਮਿਸਿਸ ਜਿਹੜੇ ਹੈਗੇ ਆ ਅਸੀਂ ਪੂਰੇ ਮਰਨ ਵਰਤ ਤੇ ਬੈਠਾਂਗੇ ਡੀਸੀ ਆਫਿਸ ਦੇ ਵਿੱਚ। ਅਗਰ ਮੈਨੂੰ ਜਾਂ ਮੇਰੀ ਮਿਸਿਸ ਨੂੰ ਕੋਈ ਵੀ ਇਸ ਦੌਰਾਨ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਜਾਨੀ ਨੁਕਸਾਨ ਹੁੰਦਾ ਹੈ, ਤਾਂ ਉਹਦਾ ਜ਼ਿੰਮੇਵਾਰ ਵਿਜੇਂਦਰ ਸਿੰਗਲਾ, ਕਿਉਂਕਿ ਅਸੀਂ ਉਹਨਾਂ ਨੂੰ ਵੀ ਮੇਲ ਕੀਤੀ ਹੈ, ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਹ ਡੀਸੀ ਸਾਹਿਬ ਪਟਿਆਲਾ ਔਰ ਡੀਓ ਜੋ ਆਪਣੇ ਹਰਿੰਦਰ ਕੌਰ ਮੈਡਮ ਉਹ ਹੋਣਗੇ ਜ਼ਿੰਮੇਵਾਰ। ਡੀਸੀ ਆਫਿਸ ਅਸੀਂ ਮੰਗ ਪੱਤਰ ਦੇਣ ਆਏ ਆ ਜੀ। ਡੀਸੀ ਸਾਹਿਬ ਨੂੰ ਅਲਟੀਮੇਟਮ ਦੇਣ ਆਏ ਆ ਵੀ ਸਾਡਾ ਬੁੱਧਵਾਰ ਤੱਕ ਜਿਹੜੀ ਅਸੀਂ ਪ੍ਰੋਬਲਮ ਲੈ ਕੇ ਆਏ ਆ ਉਸ ਨੂੰ ਸੋਲਵ ਕਰ ਦਿੱਤਾ ਜਾਵੇ, ਕਿਉਂਕਿ ਅਸੀਂ ਇਹ ਪ੍ਰੋਬਲਮ ਨੂੰ ਡੇਢ ਮਹੀਨਾ ਹੋ ਗਿਆ। ਕਦੀ ਅਸੀਂ ਜਿਹੜੇ ਡੀਓ ਸਾਹਿਬ ਨੇ ਹਰਿੰਦਰ ਮੈਡਮ ਜੀ ਉਹਨਾਂ ਕੋਲ ਵੀ ਅਸੀਂ ਪਾ ਚੁੱਕੇ ਹਾਂ ਮੇਲਾ, ਵਿਜੇਂਦਰ ਸਿੰਗਲਾ ਕੋਲ ਵੀ ਪਾ ਚੁੱਕੇ ਹਾਂ, ਸਾਰੇ ਕੋਲ ਅਸੀਂ ਮੇਲਾ ਪਾ ਚੁੱਕੇ ਹਾਂ, ਪਰ ਸਕੂਲ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿੱਤਾ ਗਿਆ, ਜਿਸ ਨਾਲ ਮੇਰੀ ਜਿਹੜੀ ਬੇਟੀ ਦਾ ਫਿਊਚਰ ਦਾਅ 'ਤੇ ਲੱਗਿਆ ਪਿਆ। ਮੇਰੀ ਬੇਟੀ ਦਾ 5 ਅਪ੍ਰੈਲ ਤੋਂ ਦੁਬਾਰਾ ਸਕੂਲ ਸ਼ੁਰੂ ਹੋ ਚੁੱਕਿਆ ਹੈ, ਪਰ ਅਜੇ ਤੱਕ ਉਸਨੂੰ ਨਾ ਕਿਸੇ ਗਰੁੱਪ 'ਚ ਲਿੱਤਾ ਗਿਆ, ਨਾ ਕੋਈ ਇਹਨੂੰ ਪੜ੍ਹਾਈ ਦਾ ਕੋਈ ਕੋਈ ਭੇਜਿਆ ਗਿਆ ਕੁਝ WhatsApp 'ਤੇ, ਉਹਦਾ ਲੈਣਾ ਦੇਣਾ ਹੀ ਨਹੀਂ ਖਤਮ ਕੀਤਾ ਹੋਇਆ ਸਕੂਲ ਨੇ। ਔਰ ਮੇਰੀ ਜਿਹੜੀ ਬੇਟੀ ਹੈ ਉਹ ਬਿਨਾਂ ਪੜ੍ਹਾਈ ਤੋਂ ਘਰ ਵਿੱਚ ਬਹਿ ਕੇ ਥੋੜ੍ਹਾ ਉਸ 'ਤੇ ਫਰਕ ਪੈਂਦਾ ਵੀ ਹਾਂ ਉਹਦਾ ਕੌਨਫੀਡੈਂਸ ਲੂਜ਼ ਹੋਈ ਜਾ ਰਿਹਾ ਮੇਰੀ ਬੱਚੀ ਦਾ, ਕਿਉਂਕਿ ਜੋ ਟੀਚਰਾਂ ਦੇ ਨਾਲ ਬੱਚਿਆਂ ਦਾ ਔਨਲਾਈਨ ਦੇਖੇਗੀ ਮਿਲੇਗੀ ਤਾਂ ਕਿ ਉਹਦਾ ਕੌਨਫੀਡੈਂਸ ਵਧੂਗਾ। ਸਕੂਲ ਵਾਲੇ ਇਹਦੇ ਬਿਲਕੁਲ ਪਤਾ ਨਹੀਂ ਕਿਉਂ ਸਾਡੇ ਤੋਂ ਬਦਲਾ ਲੈ ਰਹੇ ਨੇ, ਕਿਉਂਕਿ ਮੇਰੇ ਹਸਬੈਂਡ ਨੇ ਜਿਹੜੀ ਉੱਥੇ ਹਾਈ ਕੋਰਟ ਦੇ ਵਿੱਚ ਮੇਰੇ ਹਸਬੈਂਡ ਦੇ ਨਾਮ ਤੋਂ ਜਿਹੜਾ ਚੱਲ ਰਿਹਾ ਸਾਰਾ ਕੁਝ, ਉਹਦੇ ਕਰਕੇ ਸਾਡੇ ਤੋਂ ਬਦਲਾ ਲੈ ਰਹੇ ਨੇ। ਕਿਉਂਕਿ ਅਸੀਂ ਇਹਨਾਂ ਕੋਲ ਫੈਬਰਿਕ 'ਚ ਵੀ ਗਏ ਸੀਗੇ, ਇਹਨਾਂ ਦੇ ਮਿੰਤ ਤਰਲਾ ਵੀ ਕਰਕੇ ਆਏ ਸੀ, ਸਾਰਾ ਕੁਝ ਅਸੀਂ ਕਰਕੇ ਆਏ ਸੀ, ਪਰ ਇਹਨਾਂ ਨੇ ਸਾਡੀ ਕੋਈ ਵੀ ਰਿਕੁਐਸਟ ਨਾ ਪ੍ਰਿੰਸੀਪਲ ਨੇ ਮੰਨੀ, ਨਾ ਵਾਈਸ ਪ੍ਰਿੰਸੀਪਲ ਨੇ, ਨਾ MD ਸਾਹਿਬ ਨੇ ਕੁਝ ਵੀ ਸਾਨੂੰ ਉਦੋਂ ਵੀ ਸਾਨੂੰ ਇਹਨਾਂ ਦੀ ਸਾਡੀ ਕੋਈ ਰਿਕੁਐਸਟ ਨੂੰ ਸਾਡੇ ਕਬੂਲ ਨਹੀਂ ਕੀਤਾ ਗਿਆ। ਉਹਦੇ ਬਾਵਜੂਦ ਦੇਖ ਲਓ ਅੱਜ ਅਪ੍ਰੈਲ ਆ ਗਿਆ, ਨਾ ਸਾਡੀ ਬੇਟੀ ਦੇ ਮਾਰਚ ਪੇਪਰ ਲਿੱਤੇ ਗਏ, ਨਾ ਉਹਨੂੰ ਪ੍ਰਮੋਟ ਕੀਤਾ ਗਿਆ। ਮੇਰੀ ਬੇਟੀ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ। ਉਸ ਸਿਲਸਿਲੇ 'ਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ। ਅਗਰ ਡੀਸੀ ਸਾਹਿਬ ਬੁੱਧਵਾਰ ਤੱਕ ਸਕੂਲ ਦੇ ਖਿਲਾਫ ਕੋਈ ਐਕਸ਼ਨ ਲੈਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਵੀਰਵਾਰ ਤੋਂ ਮੈਂ ਤੇ ਮੇਰੇ ਹਸਬੈਂਡ ਇੱਥੇ ਮਰਨ ਵਰਤ ਤੇ ਬੈਠ ਜਾਾਂਗੇ। ਜੇ ਅਗਰ ਸਾਨੂੰ ਕੁਝ ਹੁੰਦਾ ਹੈ ਤਾਂ ਇਹਦੀ ਜ਼ਿੰਮੇਵਾਰੀ ਬਿਪਸ ਭੁਪਿੰਦਰ ਇੰਟਰਨੈਸ਼ਨਲ ਡਕਾਲਾ ਰੋਡ ਦੀ ਪ੍ਰਿੰਸੀਪਲ ਇੰਦੂ ਸ਼ਰਮਾ, MD ਅਰੋੜਾ ਸਾਹਿਬ, ਵਾਈਸ ਪ੍ਰਿੰਸੀਪਲ ਗੁਲਾਟੀ ਮੈਡਮ, ਇਹਨਾਂ ਸਾਰਿਆਂ ਦੀ ਹੋਏਗੀ। ਵਿੱਚੇ ਨਾਲ ਜਿਹੜੇ ਮੈਡਮ ਹਰਿੰਦਰ ਨੇ DO ਉਹਨਾਂ ਦੀ ਹੋਏਗੀ, ਵਿਜੇਂਦਰ ਸਿੰਗਲਾ ਦੀ ਹੋਏਗੀ, ਜਿਹੜੀ ਪੰਜਾਬ ਸਰਕਾਰ ਹੈ ਉਹਦੀ ਹੋਏਗੀ। ਸਾਡੀ ਬੱਚੀ ਦਾ ਜਿਹੜੇ ਸਾਡੇ ਹੁਣ ਸਾਡੀ ਬੱਚੀ ਦਾ ਫਿਊਚਰ ਨਹੀਂ ਬਚਾ ਪਾ ਰਹੇ, ਉਹ ਕੱਲ੍ਹ ਨੂੰ ਸਾਡੀ ਬੱਚੀ ਦਾ ਅੱਗੋਂ ਫਿਊਚਰ ਕੀ ਬਚਾਉਣਗੇ ਅਗਰ ਸਾਨੂੰ ਜੇ ਕੁਝ ਹੋ ਜਾਂਦਾ ਤਾਂ। ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ। ਤੁਹਾਡੀ ਛੋਟੀ ਜਿਹੀ ਤੁਸੀਂ ਕਹਿੰਦੇ ਹੋ ਬੇਟੀ ਬਚਾਓ ਬੇਟੀ ਪੜ੍ਹਾਓ, ਅਸੀਂ ਕੀ ਦੱਸੋ ਗੁਨਾਹ ਕਰ ਲਿਆ? ਅਗਰ ਅਸੀਂ ਪੂਰੇ ਪੇਰੈਂਟਸ ਗਰੁੱਪ ਚਲਾ ਕੇ ਪੂਰੇ ਪੰਜਾਬ ਦੇ ਪੇਰੈਂਟਸ ਦੀ ਹੈਲਪ ਕੀਤੀ ਹੈ ਤਾਂ ਮਤਲਬ ਸਾਡੇ ਤੋਂ ਬਦਲਾ ਇਸ ਤਰੀਕੇ ਨਾਲ ਲਓਗੇ, ਸਾਡੀ ਤੁਸੀਂ ਬੇਟੀ ਦੀ ਪੜ੍ਹਾਈ ਖੋਵੋਗੇ। ਉੱਥੇ ਉਸ ਦੇ ਨਾਲ ਆਏ ਸੁਨੀਲ ਗੁਪਤਾ ਨੇ ਕਿਹਾ ਕਿ ਇਹ ਸਿਰਫ ਅਮਨਦੀਪ ਦੀ ਬੇਟੀ ਦੀ ਗੱਲ ਨਹੀਂ ਹੈ, ਪੰਜਾਬ ਦੇ ਸਭ ਬੱਚਿਆਂ ਦੇ ਭਵਿੱਖ ਦੀ ਗੱਲ ਹੈ। ਇਸ ਲਈ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣਨਗੇ। ਜੋ ਪ੍ਰਾਈਵੇਟ ਸਕੂਲ ਧੱਕੇਸ਼ਾਹੀ ਪੇਰੈਂਟਸ ਦੇ ਖਿਲਾਫ ਕਰ ਰਹੇ ਨੇ ਉਹ ਸਭ ਦੇ ਨਾਲ ਹੀ ਕਰ ਰਹੇ ਨੇ। ਇਹ ਸਿਰਫ ਇਸ ਬੱਚੀ ਦੇ ਫਿਊਚਰ ਦਾ ਮਕਸਦ ਨਹੀਂ ਹੈ, ਸਾਰੇ ਪੇਰੈਂਟਸ ਦੇ ਖਿਲਾਫ ਇਹੀ ਸਾਰੇ ਪੇਰੈਂਟਸ ਦਾ ਇਹੀ ਕਹਿਣਾ ਹੈ, ਸਾਰੇ ਪੇਰੈਂਟਸ ਦੇ ਨਾਲ ਇਹੀ ਧੱਕੇਸ਼ਾਹੀ ਹੋ ਰਹੀ ਹੈ। ਪਿਛਲੇ ਸਾਲ ਕੋਵਿਡ ਦੇ ਦੌਰਾਨ ਸਾਰੇ ਪ੍ਰਾਈਵੇਟ ਸਕੂਲਾਂ ਨੇ ਧੱਕੇ ਨਾਲ ਸਾਰੇ ਪੇਰੈਂਟਸ ਤੋਂ ਫੀਸਾਂ ਵਸੂਲ ਕੀਤੀਆਂ ਨੇ ਜੀ, ਜਦੋਂ ਕਿ ਉਹਨਾਂ ਦਾ ਇਹ ਐਨੂਅਲ ਚਾਰਜਸ ਲੈਣ ਦਾ ਜਾਂ ਹੋਰ ਡਿਵੈਲਪਮੈਂਟ ਪਰ ਚਾਰਜਸ ਲੈਣ ਦਾ ਕੋਈ ਹੱਕ ਨਹੀਂ ਸੀ ਬਣਦਾ, ਤੇ ਉਹਨਾਂ ਨੇ ਧੱਕੇ ਨਾਲ ਇਹ ਸਾਰੀਆਂ ਫੀਸਾਂ ਵਸੂਲ ਕੀਤੀਆਂ ਨੇ ਪੇਰੈਂਟਸ ਤੋਂ, ਜਦਕਿ ਪੇਰੈਂਟਸ ਦੇਣ ਦੇ ਨਹੀਂ ਹੱਕਦਾਰ ਸੀਗੇ। ਧੱਕੇ ਨਾਲ ਉਹਨਾਂ ਨੂੰ ਡਰਾ ਧਮਕਾ ਕੇ ਸਾਰੀਆਂ ਫੀਸਾਂ ਵਸੂਲ ਕੀਤੀਆਂ ਗਈਆਂ ਨੇ।
ਇਸ ਇਕੱਲੀ ਬੱਚੀ ਦਾ ਭਵਿੱਖ ਦਾ ਸਵਾਲ ਨਹੀਂ, ਸਾਰੇ ਬੱਚਿਆਂ ਦਾ ਹੀ ਸਵਾਲ ਹੈ ਜੀ। ਅਸੀਂ ਅਮਨਦੀਪ ਜੀ ਨੂੰ ਜਿਹੜੇ ਪੇਰੈਂਟ ਤੋਂ ਪੰਜਾਬ ਦੇ ਐਡਮਿਨ ਹੈ, ਇਸ ਕਰਕੇ ਸਪੋਰਟ ਕਰ ਰਹੇ ਹਾਂ। ਸਾਰੇ ਪੇਰੈਂਟਸ ਇਹਨਾਂ ਨੇ ਸਾਰੇ ਪੇਰੈਂਟਸ ਦੇ ਨਾਲ ਹੀ ਖੜੇ ਨੇ ਜੀ। ਸਾਰੇ ਨੇ ਮਤਲਬ ਜਿਹੜੇ ਹਾਈ ਕੋਰਟ ਸੁਪਰੀਮ ਕੋਰਟ ਕੇਸ ਲੜ ਰਹੇ ਸਿਰਫ ਇਹਨਾਂ ਦੀ ਬੱਚੀ ਦੇ ਲਈ ਨੇ, ਸਾਰੇ ਪੇਰੈਂਟ ਦੇ ਲਈ ਹੀ ਲੜ ਰਹੇ ਨੇ। ਸਾਰੇ ਪੇਰੈਂਟਸ ਦੇ, ਸਾਰੇ ਪੰਜਾਬ ਦੇ, ਸਾਰੇ ਪਟਿਆਲੇ ਸਕੂਲਾਂ ਦੇ ਖਿਲਾਫ ਲੜ ਰਹੇ। ਅਸੀਂ ਇਸ ਕਰਕੇ ਇਹਨਾਂ ਦੇ ਨਾਲ ਨੇ। ਜੇ ਮਰਨ ਵਾਸਤੇ ਬੈਠਾਂਗੇ ਅਸੀਂ ਵੀ ਇਹਨਾਂ ਦੇ ਨਾਲ ਬੈਠਾਂਗੇ ਜੀ। ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617। मैं सारिया संगतां नूं विसाखी दे पवित्र दिहाड़े ਦੀ ਲੱਖ ਲੱਖ ਵਧਾਈ ਦਿੰਦਾ ਹਾਂ, ਕਿਉਂਕਿ ਜਿਹੜਾ ਵਿਸਾਖੀ ਦਾ ਦਿਨ ਆ ਇਹਦੀ ਜਿੱਥੇ ਸਿੱਖ ਕੌਮ ਦੇ ਵਿੱਚ ਬੜੀ ਮਹਾਨਤਾ, ਕਿਉਂਕਿ ਇਸ ਦਿਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇੱਕ ਵੱਖਰੀ ਦਿੱਖ, ਇੱਕ ਵੱਖਰੀ ਪਹਿਚਾਣ ਸਿੱਖ ਕੌਮ ਨੂੰ ਦਿੱਤੀ ਸੀ ਕਿ ਸਿੱਖ ਹਜ਼ਾਰਾਂ ਦੇ ਵਿੱਚ ਨਹੀਂ ਲੱਖਾਂ ਦੇ ਵਿੱਚ ਖੜਾ ਪਛਾਣਿਆ ਜਾਂਦਾ। ਜਿਸ ਸਮੇਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਕ 'ਤੇ ਸ਼ਹੀਦ ਕੀਤਾ ਗਿਆ ਅਤੇ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਜਿਸ ਸਮੇਂ ਨੌਵੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕਿ ਉੱਥੇ ਕੋਈ ਸਿੱਖ ਮੌਜੂਦ ਸੀ? ਤਾਂ ਭਾਈ ਜੈਤਾ ਜੀ ਨੇ ਕਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਤਾਂ ਸੀ, ਸ਼ਾਇਦ ਉੱਥੇ ਸਿੱਖ ਹੋਣ ਲੇਕਿਨ ਪਛਾਣ ਨਹੀਂ ਸੀ। ਸੋ ਉਸ ਸਮੇਂ ਗੁਰੂ ਸਾਹਿਬ ਨੇ ਫੈਸਲਾ ਲਿਆ ਕਿ ਇੱਕ ਵੱਖਰੀ ਪਹਿਚਾਣ, ਇੱਕ ਵੱਖਰੀ ਦਿੱਖ ਜਿਹੜੀ ਉਹ ਸਿੱਖ ਨੂੰ, ਖਾਲਸੇ ਨੂੰ ਦਿੱਤੀ ਜਾਊਗੀ ਕਿ ਸਿੱਖ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਖੜਾ ਪਛਾਣਿਆ ਜਾਊਗਾ। ਇਸ ਲਈ ਇਸ ਦਿਨ ਖਾਲਸੇ ਪੰਥ ਦੀ ਸਾਜਨਾ ਕੀਤੀ ਗਈ ਅਤੇ ਇੱਕ ਸਪਿਰਿਟ ਸਿੱਖਾਂ ਦੇ ਵਿੱਚ ਭਰੀ ਗਈ ਕਿ ਗੁਰੂ ਦਾ ਸਿੱਖ ਹੋਊਗਾ ਨਾ ਉਹ ਜ਼ੁਲਮ ਕਰੂਗਾ ਅਤੇ ਨਾ ਜ਼ੁਲਮ ਸਹੂਗਾ। ਸੋ ਉਹਦੇ ਨਾਲ ਹੀ ਕਿਸਾਨਾਂ ਦੇ ਲਈ ਇਸ ਦਿਨ ਦੀ ਬੜੀ ਅਹਿਮੀਅਤ ਆ, ਕਿਉਂਕਿ ਇੱਕ ਨਵੀਂ ਫਸਲ ਦੀ ਆਮਦ, ਖਾਸ ਤੌਰ 'ਤੇ ਹਾੜੀ ਦੀ ਫਸਲ, ਕਣਕ ਦੀ ਫਸਲ ਦੀ ਜਿਹੜੀ ਆਮਦ ਹੁੰਦੀ ਆ, ਸੋ ਇਹਦੇ ਲਈ ਇਹ ਵੀ ਇੱਕ ਕਿਸਾਨਾਂ ਦੇ ਲਈ ਬੜੀ ਖੁਸ਼ੀ ਦਾ ਮੌਕਾ। ਅਤੇ ਅੱਜ ਦੇ ਦਿਨ 'ਤੇ ਖਾਸ ਤੌਰ 'ਤੇ ਕਿਉਂਕਿ ਅੱਜ ਪੰਜਾਬ ਦਾ ਕਿਸਾਨ ਜਿਹਨੇ ਸਮੁੱਚੇ ਦੇਸ਼ ਦਾ ਢਿੱਡ ਭਰਿਆ, ਅੱਜ ਉਹ ਕਿਸਾਨ ਆਪਣੇ ਹੱਕਾਂ ਲਈ ਲੜ ਰਿਹਾ, ਆਪਣੇ ਭਵਿੱਖ ਲਈ ਲੜ ਰਿਹਾ। ਅੱਜ ਜਿਹੜੇ 3 ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਨੇ ਪਾਸ ਕੀਤੇ ਨੇ, ਉਹਨਾਂ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਕਿਸਾਨਾਂ ਵੱਲੋਂ ਅਤੇ ਲੰਬੀ ਲੜਾਈ ਲੜ ਰਹੇ ਆ। ਅਤੇ ਜਿੱਥੇ ਕਿਸਾਨ ਜਥੇਬੰਦੀਆਂ, ਬਹੁਤ ਸਾਰੀਆਂ ਸੰਸਥਾਵਾਂ ਅਗਵਾਈ ਕਰ ਰਹੀਆਂ ਨੇ, ਉੱਥੇ ਭਾਜਪਾ ਤੋਂ ਬਿਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਉਹਦੇ ਵਿੱਚ ਪੂਰਾ ਸਪੋਰਟ ਕਰ ਰਹੀਆਂ ਨੇ। ਸੋ ਕੇਂਦਰ ਦੀ ਸਰਕਾਰ ਜਿਹੜੀ ਅੜੀ ਹੋਈ ਆ ਆਪਣੇ ਅੜੀਅਲ ਰਵੱਈਏ 'ਤੇ, ਸੋ ਇਹ ਕਾਮਯਾਬ ਅੰਦੋਲਨ ਹੋਣਾ ਬੜਾ ਜ਼ਰੂਰੀ ਆ। ਅਤੇ ਉਹਦੇ ਨਾਲ ਹੀ ਜਿਹੜੇ ਸਾਡੇ ਸਿੱਖਾਂ ਦੇ ਉੱਪਰ, ਸਾਡੇ ਕਿਸਾਨਾਂ ਦੇ ਉੱਪਰ, ਸਾਡੇ ਨੌਜਵਾਨਾਂ ਦੇ ਉੱਪਰ ਝੂਠੇ ਕੇਸ ਦਿੱਲੀ ਦੀ ਪੁਲਿਸ ਵੱਲੋਂ ਦਰਜ ਕੀਤੇ ਜਾ ਰਹੇ ਨੇ, ਉਹਦੀ ਮੈਂ ਨਿਖੇਧੀ ਕਰਦਾ। ਅਤੇ ਆਪਾਂ ਸਾਰੇ ਇਕਜੁੱਟ ਹੋਈਏ ਜਦੋਂ ਤੱਕ ਸਾਡੀਆਂ ਇਹ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਕਿਉਂਕਿ ਇਹ ਵਿਸਾਖੀ ਦੇ ਦਿਨ 'ਤੇ ਸਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਕਿਸਾਨੀ ਨੂੰ ਬਚਾਉਣ ਦੇ ਲਈ ਇੱਕ ਪ੍ਰਣ ਕਰਨ ਦੀ ਲੋੜ ਆ ਅਤੇ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਕਾਮਯਾਬ ਕਰਨ ਦੇ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਦੀ ਲੋੜ ਆ। ਸੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਸੋ ਆਉਣ ਵਾਲੇ ਸਮੇਂ ਸਾਡੀ ਕਿਸਾਨੀ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਹੋਰ ਪੰਜਾਬ ਖੁਸ਼ਹਾਲ ਹੋਵੇ, ਕਿਸਾਨ ਖੁਸ਼ਹਾਲ ਹੋਵੇ, ਸਾਰੇ ਲੋਕ ਖੁਸ਼ਹਾਲ ਹੋਣ। ਸੋ ਇਸ ਲਈ ਸਾਰਿਆਂ ਨੂੰ ਮੈਂ ਵਧਾਈ ਦਿੰਦਾ। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।